ਦੁਨੀਆ ਤੇ ਕਈ ਆਏ ਕਈ ਚਲੇ ਗਏ, ਪਰ ਸਰਦੂਲ ਭਾਜੀ ਮੈਂ ਸਮਝਦਾ ਕਿ ਸਾਡੇ ਵਰਗੇ ਜਿਹੜੇ ਨਵੇਂ ਮੁੰਡੇ ਆ, ਸਾਡੇ ਵਰਗੇ ਜਿਹੜੇ ਅਜੇ ਤਿਆਰ ਹੋ ਰਹੇ, ਸਿੱਖਣਾ ਚਾਹੁੰਦੇ ਆ, ਉਹਨਾਂ ਲੋਕਾਂ ਲਈ ਬਹੁਤ ਵੱਡਾ ਇੱਕ ਇੰਸਟੀਚਿਊਟ ਸੀ। ਤਾਂ ਹਿੰਮਤ ਨਹੀਂ ਸੀ ਹੁੰਦੀ ਕਿ ਭਾਜੀ ਦੇ ਸਾਹਮਣੇ ਗਾ ਸਕੀਏ, ਕਿਉਂਕਿ ਉਹ ਆਪਣੇ ਆਪ 'ਚ ਹੀ ਇੰਨੀ ਵੱਡਾ ਇੱਕ ਉਹ ਨਾਮ ਸੀਗਾ, ਇੰਨਾ ਵੱਡਾ ਇੱਕ ਆਪਣੇ ਆਪ 'ਚ ਹੀ ਉਹ ਘਰਾਣਾ ਸੀਗੇ। ਪਰ ਉਹਨਾਂ ਨੇ ਕਦੀ ਇਸ ਚੀਜ਼ ਨੂੰ ਫੀਲ ਨਹੀਂ ਕਰਾਇਆ ਕਿ ਮੈਂ ਇਸ ਲੈਵਲ 'ਤੇ ਕਲਾਕਾਰ ਹਾਂ ਜਾਂ ਮੈਂ ਕਿਸੇ ਨੂੰ, ਉਹਨਾਂ ਹਮੇਸ਼ਾ ਥਾਪੜਾ ਦੇਣਾ, ਹਮੇਸ਼ਾ ਅੱਗੇ ਕਰਨਾ। ਇਸ ਤੋਂ ਇਲਾਵਾ ਬਾਲੀਵੁੱਡ 'ਚ ਕਿੰਨੇ ਲੋਕ ਆ ਜਿਹੜੇ ਭਾਜੀ ਕੋਲ ਸਿੱਖਣਾ ਚਾਹੁੰਦੇ, ਭਾਜੀ ਵਰਗਾ ਗਾਉਣਾ ਚਾਹੁੰਦੇ ਆ, ਔਰ ਉਹ ਆਵਾਜ਼ ਮੈਨੂੰ ਲੱਗਦਾ ਕਿ ਅੱਜ ਦੁਨੀਆ ਤੋਂ ਹਮੇਸ਼ਾ ਲਈ ਖਾਮੋਸ਼ ਹੋ ਗਈ ਆ। ਖਾਂਦੇ ਖਾਂਦੇ ਮੈਨੂੰ ਇੱਕਦਮ ਫੋਨ ਆਇਆ ਅਤੇ ਮੇਰੇ ਹੱਥੋਂ ਹੀ ਰੋਟੀ ਛੁੱਟ ਗਈ, ਔਰ ਮੈਨੂੰ ਲੱਗਿਆ ਕਿ ਯਾਰ ਨਹੀਂ, ਇਹ ਤਾਂ ਕਿਉਂਕਿ ਪਤਾ ਹੀ ਨਹੀਂ ਸੀਗਾ। ਇੱਕ ਇੱਦਾਂ ਹੁੰਦਾ ਵੀ ਤੁਹਾਡੇ ਜ਼ਿਹਨ 'ਚ ਹੁੰਦਾ ਕਿ ਬਿਮਾਰ ਆ ਜਾਂ ਉਹਨਾਂ ਦੀ ਸਿਹਤ ਨਹੀਂ ਠੀਕ, ਉੱਦਾਂ ਦੀ ਕੋਈ ਦਿਮਾਗ 'ਚ ਗੱਲ ਹੀ ਨਹੀਂ ਸੀ। ਬਹੁਤ ਦੁੱਖ ਦੀ ਘੜੀ ਹੈ। ਦੇਖੋ ਬਹੁਤ ਮਾੜਾ ਦਿਨ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਸੰਗੀਤ ਜਗਤ ਨੂੰ ਇੱਕ ਬਹੁਤ, ਮੈਂ ਸਮਝਦਾ ਇੱਕ ਯੁੱਗ ਦਾ ਅੰਤ ਹੋਇਆ ਆ, ਔਰ ਇਹ ਇੱਕ ਨਾ ਮੰਨਣ ਵਾਲੀ, ਮੈਂ ਸਮਝਦਾ ਕਿ ਨਾ ਮੰਨਣ ਯੋਗ ਇੱਕ ਵਿਸ਼ਵਾਸ ਜਿਹਾ ਨਹੀਂ ਕਰਨ ਯੋਗ ਗੱਲ ਹੈਗੀ। ਔਰ ਆਪਣੇ ਆਪ 'ਤੇ ਹੀ ਨਹੀਂ ਯਕੀਨ ਹੋ ਰਿਹਾ ਕਿ ਅਸੀਂ ਉਸ ਮਸਲੇ 'ਚ ਭਾਜੀ ਦੇ ਮਤਲਬ ਮੂੰਹ ਹੀ ਨਹੀਂ ਕਹਿਣ ਨੂੰ ਜੀ ਕਰਦਾ ਕਿ ਭਾਜੀ ਇੱਦਾਂ ਹੋ ਗਏ। ਦਿਲਾਂ 'ਚ ਰਹਿਣਗੇ ਹਮੇਸ਼ਾ, ਕਿਉਂਕਿ ਯੁੱਗ ਦੀ ਤੁਸੀਂ ਗੱਲ ਕਰ ਰਹੇ ਹੋ, ਯੁੱਗ ਦਾ ਅੰਤ ਹੋਇਆ, ਪਰ ਦਿਲਾਂ 'ਚ ਹਮੇਸ਼ਾ ਰਹਿਣਗੇ। ਯਾਰ ਦੇਖੋ, ਜਿਹੜੇ ਵੀ ਲੋਕ ਦੁਨੀਆ 'ਤੇ ਬਹੁਤ ਚੰਗੇ ਕੰਮ ਕਰਦੇ ਆ, ਜਿਨ੍ਹਾਂ ਲੋਕਾਂ ਨੂੰ ਲੋਕ ਜਿਉਂਦੇ ਜੀ ਹੱਥਾਂ 'ਤੇ ਚੁੱਕਦੇ ਆ, ਅਤੇ ਹਮੇਸ਼ਾ ਉਹਨਾਂ ਲੋਕਾਂ ਦੀ ਗੱਲ ਹੁੰਦੀ ਆ ਜਿਨ੍ਹਾਂ ਲੋਕਾਂ ਨੂੰ ਜਿਉਂਦੇ ਜੀ ਅੱਖਾਂ 'ਤੇ ਬਿਠਾਇਆ ਜਾਂਦਾ। ਨਹੀਂ ਤਾਂ ਇੱਥੇ ਗਾਉਣ ਵਾਲੇ ਤਾਂ ਦੁਨੀਆ 'ਤੇ ਕਈ ਆਏ ਕਈ ਚਲੇ ਗਏ, ਪਰ ਸਰਦੂਲ ਭਾਜੀ ਮੈਂ ਸਮਝਦਾ ਕਿ ਸਾਡੇ ਵਰਗੇ ਜਿਹੜੇ ਨਵੇਂ ਮੁੰਡੇ ਆ, ਸਾਡੇ ਵਰਗੇ ਜਿਹੜੇ ਅਜੇ ਤਿਆਰ ਹੋ ਰਹੇ, ਸਿੱਖਣਾ ਚਾਹੁੰਦੇ ਆ, ਉਹਨਾਂ ਲੋਕਾਂ ਲਈ ਬਹੁਤ ਵੱਡਾ ਇੱਕ ਇੰਸਟੀਚਿਊਟ ਸੀਗੇ। ਪੰਜਾਬੀ ਇੰਡਸਟਰੀ ਨੂੰ ਲਾਸ ਹੈ, ਪਰ ਤੁਹਾਨੂੰ ਵੀ ਲੱਗ ਰਿਹਾ ਲਾਸ, ਤੁਹਾਡੀ ਅੱਖਾਂ ਤੋਂ ਦਿਖ ਰਿਹਾ ਕਿ ਤੁਹਾਨੂੰ ਵੀ, ਤੁਸੀਂ ਵੀ ਸ਼ੌਕ 'ਚੋਂ, ਕੀ ਕਹਿਣਾ ਚਾਹੋਗੇ? ਮੈਂ ਪੰਜਾਬੀ ਇੰਡਸਟਰੀ 'ਚ ਹੁੰਨਾ ਭਰਾਵਾ, ਮੈਂ ਕਿਹੜਾ ਬਾਹਰੋਂ ਆ ਗਿਆ। ਸਵਾਲ ਪੂਰਾ ਇੱਕ ਸਵਾਲ ਸੁਣ ਲਿਆ ਕਰੋ, ਦੂਜਾ ਫੇਰ ਕਰੀ। ਕਿੰਨਾ ਕੁ ਵੱਡਾ ਘਾਟਾ ਮੰਨਦੇ ਆ ਇਸ ਵਕਤ? ਕਿਉਂਕਿ ਬਹੁਤ ਵੱਡਾ ਘਾਟਾ। ਦੇਖੋ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਆਪਣੇ ਆਪ 'ਚ ਇੱਕ ਇੰਸਟੀਚਿਊਟ ਆ ਭਾਜੀ, ਆਪਣੇ ਆਪ 'ਚ ਇੱਕ ਵਿਦਿਆਲਿਆ ਸੀਗੀ। ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਕਲਾਕਾਰ ਭਾਜੀ ਕਿੰਨੇ ਦਹਾਕਿਆਂ ਤੋਂ ਲੱਗੇ ਆ। ਅਸੀਂ ਤਾਂ ਖੈਰ ਅਜੇ ਕੱਲ੍ਹ ਆਏ ਹਾਂ, ਅਸੀਂ ਤਾਂ ਬਹੁਤ ਛੋਟੇ ਹਾਂ, ਪਰ ਬਹੁਤ ਲੋਕ ਉਹਨਾਂ ਦੇ ਨਾਲ ਰਹਿ ਕੇ ਹਮੇਸ਼ਾ ਇਹ ਚੀਜ਼ ਦਾ ਫਾਇਦਾ ਲੈਂਦੇ ਸੀਗੇ ਕਿ ਭਾਜੀ ਕੋਲ ਬੈਠੇ ਕੋਈ ਨਾ ਕੋਈ ਸੁਰ ਐਸਾ ਲਿਆ ਜਾਵੇ, ਕੋਈ ਨਾ ਕੋਈ ਗਾਣਾ ਐਸਾ ਭਾਜੀ ਕੋਲ ਜਦੋਂ ਵੀ ਮਿਲਣਾ, ਜਦੋਂ ਵੀ ਅਸੀਂ ਵੀ ਭਾਜੀ ਕੋਲ ਬੈਠਣਾ, ਤਾਂ ਹਿੰਮਤ ਨਹੀਂ ਸੀ ਹੁੰਦੀ ਕਿ ਭਾਜੀ ਦੇ ਸਾਹਮਣੇ ਗਾ ਸਕੀਏ, ਕਿਉਂਕਿ ਉਹ ਆਪਣੇ ਆਪ 'ਚ ਹੀ ਇੰਨੀ ਵੱਡਾ ਇੱਕ ਉਹ ਨਾਮ ਸੀਗਾ, ਇੰਨਾ ਵੱਡਾ ਇੱਕ ਆਪਣੇ ਆਪ 'ਚ ਹੀ ਉਹ ਘਰਾਣਾ ਸੀਗੇ। ਪਰ ਉਹਨਾਂ ਨੇ ਕਦੀ ਇਸ ਚੀਜ਼ ਨੂੰ ਫੀਲ ਨਹੀਂ ਕਰਾਇਆ ਕਿ ਮੈਂ ਇਸ ਲੈਵਲ 'ਤੇ ਕਲਾਕਾਰ ਹਾਂ ਜਾਂ ਮੈਂ ਕਿਸੇ ਨੂੰ, ਉਹਨਾਂ ਹਮੇਸ਼ਾ ਥਾਪੜਾ ਦੇਣਾ, ਹਮੇਸ਼ਾ ਅੱਗੇ ਕਰਨਾ। ਬਾਬਾ ਜੀ ਕੋਈ ਯਾਦ ਉਹਨਾਂ ਦੇ ਨਾਲ ਹੋਵੇ? ਬਹੁਤ ਸਾਰੀਆਂ ਯਾਦਾਂ ਐਸੀਆਂ ਮੈਨੂੰ ਯਾਦ ਆ। ਅਸੀਂ ਬਿੰਦਰਖੀਆ ਸਾਹਿਬ ਦੇ ਮੇਲੇ 'ਤੇ ਸੀਗੇ 3-4 ਸਾਲ ਪਹਿਲਾਂ, ਤਾਂ ਮੈਂ ਸ਼ੋਅ ਲਾ ਕੇ ਸਭ ਤੋਂ ਲੇਟ ਪਹੁੰਚਿਆ ਸੀ, ਥੋੜ੍ਹਾ ਲੇਟ ਹੋ ਗਿਆ ਸੀ 8-9 ਵਜੇ। ਤਾਂ ਮੈਨੂੰ ਉਦੋਂ ਪਤਾ ਚੱਲਿਆ ਕਿ ਭਾਜੀ ਮੇਰੀ ਵੇਟ ਕਰ ਰਹੇ ਸੀਗੇ। ਭਾਜੀ ਕਹਿੰਦੇ ਵੀ ਬਾਵੇ ਨੂੰ ਸੁਣ ਕੇ ਜਾਣਾ, ਅਤੇ ਮੈਨੂੰ ਕਹਿੰਦੇ ਵੀ ਚੱਲ ਹੁਣ ਛੇਤੀ ਨਾਲ ਸਟੇਜ 'ਤੇ ਆ ਜਾ, ਵੀ ਮੈਂ ਬੜੀ ਦੇਰ ਦਾ ਬੈਠਾ ਹਾਂ। ਤਾਂ ਮੈਨੂੰ ਲੱਗਦਾ ਵੀ ਮੇਰੇ ਲਈ ਉਹ ਸਭ ਤੋਂ ਔਖਾ ਟਾਈਮ ਸੀਗਾ ਕਿ ਮੈਂ ਇਹ ਸੋਚ ਕੇ ਆਇਆ ਹੀ ਨਹੀਂ ਸੀਗਾ ਕਿ ਮੈਨੂੰ ਹਜ਼ਾਰਾਂ ਬੰਦੇ ਸੀਗੇ ਉੱਥੇ, ਮੈਨੂੰ ਉਹ ਭੁੱਲ ਗਏ। ਮੈਨੂੰ ਸਿਰਫ ਇੱਕ ਬੰਦਾ ਸੀਗਾ ਕਿ ਯਾਰ ਮੈਨੂੰ ਇਹ ਬੰਦੇ ਨੇ ਸੁਣਨਾ, ਔਰ ਹਜ਼ਾਰਾਂ ਬੰਦਿਆਂ ਦੀ ਮੈਨੂੰ ਕੋਈ ਟੈਨਸ਼ਨ ਨਹੀਂ ਸੀ। ਉਸ ਚੱਕਰ 'ਚ ਮੇਰੇ ਲਈ ਇੱਕ ਖੁਸ਼ੀ ਵੀ ਬਹੁਤ ਸੀਗੀ, ਪਰ ਮੇਰੇ 'ਤੇ ਇੱਕ ਜ਼ਿੰਮੇਵਾਰੀ ਵੀ ਬਹੁਤ ਸੀਗੀ ਕਿ ਮੈਨੂੰ ਭਾਜੀ ਨੂੰ ਸੁਣਾਉਣਾ ਪੈਣਾ। ਸੋ ਮੈਂ ਸਮਝਦਾ ਕਿ ਉਹ ਬਹੁਤ ਵੱਡੇ ਦਿਲ ਵਾਲਾ ਇਨਸਾਨ ਸੀਗਾ। ਮੈਨੂੰ ਲੱਗਦਾ ਨਹੀਂ ਤਾਂ ਅੱਜ ਦੀ ਡੇਟ 'ਚ ਕਲਾਕਾਰ ਨੂੰ ਸੁਣਨਾ ਪਸੰਦ ਹੀ ਨਹੀਂ ਕਰਦੇ, ਨਹੀਂ ਤਾਂ ਆਪਣੇ ਈਗੋ ਬਹੁਤ ਪ੍ਰੋਬਲਮ ਆ ਇਸ ਮਸਲੇ ਦੇ ਵਿੱਚ। ਪਰ ਉਹਨਾਂ ਨੇ ਬੈਠ ਕੇ, ਮੈਂ ਤਾਂ ਬਹੁਤ ਛੋਟਾ ਸੀਗਾ, ਬੈਠ ਕੇ ਮੈਨੂੰ ਸੁਣ ਕੇ ਪਿਆਰ ਦੇ ਕੇ ਫਿਰ ਗਏ। ਉਹ ਇਸ ਤੋਂ ਇਲਾਵਾ ਅਸੀਂ ਕਿੰਨੇ ਵਿਆਹਾਂ ਸ਼ਾਦੀਆਂ 'ਤੇ ਇਕੱਠੇ ਭੰਗੜਾ ਪਾਇਆ। ਕਪਿਲ ਭਾਜੀ ਦੇ ਵਿਆਹ 'ਤੇ ਅਸੀਂ ਇਕੱਠੇ ਸਟੇਜ 'ਤੇ ਨੱਚੇ ਹਾਂ ਗੁਰਦਾਸ ਮਾਨ ਸਾਹਿਬ ਨਾਲ। ਬਹੁਤ ਐਸੀਆਂ ਯਾਦਾਂ ਆ, ਪਰ ਉਹ ਰੂਹ ਅੱਜ ਸਾਡੇ ਵਿੱਚੋਂ ਨਿਕਲ ਗਈ ਆ। ਮੈਂ ਸਮਝਦਾ ਕਿ ਬਾਬਾ ਜੀ ਸਾਲ 1980 ਦੇ ਤਕਰੀਬਨ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀਗੀ, ਇੱਕ ਦਿਸ਼ਾ ਦਿੱਤੀ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ। ਲੱਗਦਾ ਕਿ ਉਹ ਜਿਹੜਾ ਘਾਟਾ ਤੇ ਉਹ ਜਿਹੜੀ ਦਿਸ਼ਾ ਦੇ ਗਏ ਸੀ, ਉਸ ਦਿਸ਼ਾ 'ਤੇ ਅੱਗੇ ਵੀ ਹੁਣ ਕਰੋ। ਦੇਖੋ, ਤੁਸੀਂ ਕਿਸੇ ਵਰਗਾ ਬਣ ਸਕਦੇ ਹੋ, ਪਰ ਕਿਸੇ ਦੀ ਥਾਂ ਨਹੀਂ ਲੈ ਸਕਦੇ। ਇਹ ਇੱਕ ਜ਼ਿੰਦਗੀ 'ਚ ਹੁੰਦਾ। ਮੈਨੂੰ ਲੱਗਦਾ ਕਿ ਭਾਜੀ ਦੀ ਜਗ੍ਹਾ ਲੈਣੀ ਕਿਸੇ ਲਈ ਵੀ ਮੁਨਾਸਿਬ ਨਹੀਂ ਆ। ਭਾਜੀ ਆਪਣੇ ਆਪ 'ਚ ਹੀ ਇੱਕ ਇੰਨੀ ਵੱਡੀ ਯੂਨੀਵਰਸਿਟੀ ਸੀਗੇ ਕਿ ਕਿੰਨੇ ਸਿੰਗਰ, ਕਿੰਨੇ ਸਾਰਾ ਪੰਜਾਬ ਕੀ, ਇਸ ਤੋਂ ਇਲਾਵਾ ਬਾਲੀਵੁੱਡ 'ਚ ਕਿੰਨੇ ਲੋਕ ਆ ਜਿਹੜੇ ਭਾਜੀ ਕੋਲ ਸਿੱਖਣਾ ਚਾਹੁੰਦੇ, ਭਾਜੀ ਵਰਗਾ ਗਾਉਣਾ ਚਾਹੁੰਦੇ ਆ, ਔਰ ਉਹ ਆਵਾਜ਼ ਮੈਨੂੰ ਲੱਗਦਾ ਕਿ ਅੱਜ ਦੁਨੀਆ ਤੋਂ ਹਮੇਸ਼ਾ ਲਈ ਖਾਮੋਸ਼ ਹੋ ਗਈ ਆ। ਆਪਾਂ ਯਕੀਨ ਹੀ ਨਹੀਂ ਕਰ ਸਕਦੇ। ਮੈਂ 60 ਸਾਲ ਦੀ ਉਮਰ ਦੇ ਵਿੱਚ ਹੀ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਲੱਗਦਾ ਕਿ ਰੱਬ ਨੇ ਜਲਦੀ ਸਾਰੀ ਉਮਰ ਹੀ ਉਹਨਾਂ ਨੇ ਗਾਇਆ। ਉਹ 60 ਸਾਲ ਹੀ ਉਹਨਾਂ ਨੇ ਆਪਣੇ ਪੰਜਾਬੀ ਸੰਗੀਤ ਨੂੰ
ਦੇਤੇ, ਪੰਜਾਬੀ ਮਾਂ ਬੋਲੀ ਨੂੰ ਦੇਤੇ। ਉਹ ਗਾਣੇ ਮੈਨੂੰ ਲੱਗਦਾ ਹਮੇਸ਼ਾ ਲਈ ਲੋਕਾਂ ਦੇ ਦਿਲਾਂ 'ਚ ਰਹਿਣਗੇ। ਔਰ ਭਾਜੀ ਦਾ ਤਾਂ ਬਹੁਤ ਵੱਡਾ ਰੁਤਬਾ ਸੀਗਾ। ਭਾਜੀ ਨੂੰ ਤੁਸੀਂ ਦੇਖ ਰਹੇ ਹੋ, ਜਿਹਨੂੰ ਵੀ ਪਤਾ ਚੱਲ ਰਿਹਾ ਆ ਉਹ ਭੱਜੇ ਪੈਰੀਂ ਇੱਥੇ ਆ ਰਿਹਾ ਆ। ਤਾਂ ਇਹ ਮੈਨੂੰ ਲੱਗਦਾ ਕਿ ਇਹੀ ਭਾਜੀ ਦੀ ਇੱਕ ਪਿਆਰ ਸੀਗਾ। ਪਿਆਰ ਉਹਨਾਂ ਨੇ ਜੋ ਇੰਡਸਟਰੀ ਬਹੁਤ ਸਾਰੇ ਲੋਕ ਅਜੇ ਆ ਰਹੇ ਆ, ਬਹੁਤ ਸਾਰੇ ਸਿੰਗਰ ਆਪੋ 'ਚ ਇਸ ਚੀਜ਼ ਦੀ ਅਜੇ ਪੁਸ਼ਟੀ ਕਰ ਰਿਹਾ ਕਿ ਯਾਰ ਇਹ ਨਿਊਜ਼ ਸੱਚ ਆ ਕਿ ਨਹੀਂ ਸੱਚ। ਈਵਨ ਮੈਨੂੰ ਕਿੰਨੇ ਫੋਨ ਆ ਗਏ, ਹਰਭਜਨ ਬਾਈ ਜੀ ਨਾਲ ਮੇਰੀ ਸਵੇਰੇ ਗੱਲ ਹੋਈ, ਮੈਂ ਭਾਜੀ ਨੂੰ ਆਪ ਪੁੱਛਿਆ, ਮੈਂ ਕਿਹਾ ਭਾਜੀ ਕਿ ਇਹ ਨਿਊਜ਼ ਸੱਚ ਆ। ਭਾਜੀ ਈਵਨ ਉਸ ਚੀਜ਼ ਨੂੰ ਕਲੀਅਰ ਕਰ ਰਹੇ ਸੀਗੇ ਕਿ ਮੈਂ ਬਾਵੇ ਪੁੱਛ ਕੇ ਦੱਸਦਾ। ਸੋ ਸਾਰੇ ਹੀ ਮੈਨੂੰ ਲੱਗਦਾ ਕਿ ਸਾਰਿਆਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲੀ ਪਈ। ਤੁਹਾਨੂੰ ਕਦੋਂ ਖਬਰ ਸੁਣਨ ਨੂੰ ਮਿਲੀ ਸੀ? ਮੈਨੂੰ ਲੱਗਦਾ ਅੱਧਾ ਪੌਣਾ ਘੰਟਾ ਪਹਿਲੇ ਮੈਂ ਅਜੇ ਘਰੇ ਰੋਟੀ ਖਾ ਰਿਹਾ ਸੀਗਾ। ਖਾਂਦੇ ਮੈਨੂੰ ਇੱਕਦਮ ਫੋਨ ਆਇਆ ਤੇ ਮੇਰੇ ਹੱਥੋਂ ਹੀ ਰੋਟੀ ਛੁੱਟ ਗਈ। ਔਰ ਮੈਨੂੰ ਲੱਗਿਆ ਕਿ ਯਾਰ ਨਹੀਂ, ਇਹ ਤਾਂ ਕਿਉਂਕਿ ਪਤਾ ਹੀ ਨਹੀਂ ਸੀਗਾ। ਇੱਕ ਇੱਦਾਂ ਹੁੰਦਾ ਵੀ ਤੁਹਾਡੇ ਜ਼ਿਹਨ 'ਚ ਹੁੰਦਾ ਕਿ ਬਿਮਾਰ ਆ ਜਾਂ ਉਹਨਾਂ ਦੀ ਸਿਹਤ ਨਹੀਂ ਠੀਕ, ਉੱਦਾਂ ਦੀ ਕੋਈ ਦਿਮਾਗ 'ਚ ਗੱਲ ਹੀ ਨਹੀਂ ਸੀ। ਕਾਫੀ ਲੰਬੇ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਸੀਗੇ ਜੀ ਉਹ। ਇਸ ਬੰਦੇ ਉਹਨਾਂ ਦੀ ਵਾਈਫ ਨੇ ਵੀ ਪੋਸਟ ਜੀ ਹਾਲ ਚਾਲ ਤੁਸੀਂ ਪੁੱਛਦੇ ਹੁੰਦੇ ਸੀਗੇ? ਭਾਜੀ ਨਾਲ ਹਮੇਸ਼ਾ ਮੇਲ ਗਿਲ ਜਦੋਂ ਹੁੰਦਾ ਸੀਗਾ, ਉਹਨਾਂ ਦੇ ਕਦੀ ਚਿਹਰੇ ਤੋਂ ਇਦਾਂ ਪਤਾ ਹੀ ਨਹੀਂ ਸੀ ਲੱਗਾ ਕਿ ਭਾਜੀ ਬਿਮਾਰ ਆ। ਉਹਨਾਂ ਦਾ ਚਿਹਰਾ ਹੀ ਇੰਨਾ ਖਿੜਦਾ ਸੀਗਾ। ਹਮੇਸ਼ਾ ਉਹਨਾਂ ਨੇ ਜਦੋਂ ਮਿਲਣਾ ਉਹਨਾਂ ਨੇ ਕੋਈ ਨਾ ਕੋਈ ਹਾਸੇ ਵਾਲੀ ਗੱਲ ਕਰਦੇ ਰਹਿਣਾ। ਮਾਹੌਲ ਹੀ ਇਦਾਂ ਦਾ ਹੋਣਾ ਕਿ ਕਦੀ ਲੱਗਣਾ ਹੀ ਨਹੀਂ ਕਿ ਯਾਰ ਇਹ ਬੰਦਾ ਇਦਾਂ ਹੋ ਸਕਦਾ। ਥੈਂਕ ਯੂ ਸੋ ਮਚ। ਇਹ ਰਣਜੀਤ ਬਾਵਾ ਜੋ ਇੱਥੇ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਸੀ ਤੇ ਬਹੁਤ ਵੱਡਾ ਘਾਟਾ ਸਭ ਦੇ ਲਈ ਹੈ। ਅੱਖਾਂ ਨਮ ਨੇ ਤੇ ਹਜੇ ਪੰਜਾਬੀ ਇੰਡਸਟਰੀ ਦੀ ਗੱਲ ਕਰ ਲਈਏ ਤਾਂ ਪੰਜਾਬੀ ਇੰਡਸਟਰੀ ਕਿਤੇ ਨਾ ਕਿਤੇ ਸ਼ੌਕ ਦੇ ਵਿੱਚ ਹੈ ਇਸ ਦੇਹਾਂਤ ਨੂੰ ਲੈ ਕੇ, ਅਕਾਲ ਚਲਣ ਨੂੰ ਲੈ ਕੇ। ਮੈਂ ਸੁਰਖਾਬ ਆਪਣੇ ਸਹਿਯੋਗੀ ਦਲਵੀਰ ਦੇ ਨਾਲ, ਰੋਜ਼ਾਨਾ ਸਪੋਕਸਮੈਨ ਮੋਹਾਲੀ।